सियासत, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਅੱਜ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰਿਆਂ ਨੇ ਆਪਦੇ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ। ਜਿਹੜੇ ਮੁੱਦੇ ਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਹੈ, ਇੱਕ ਬੜਾ ਅਹਿਮ ਮੁੱਦਾ ਹੈ। ਪਿਛਲੇ ਕਈ ਦਿਨਾਂ ਤੋਂ ਵਿਸ਼ੇਸ਼ ਤੌਰ ਤੇ ਇਸ ਮੁੱਦੇ ਦੀ ਘਰ ਘਰ ਵਿੱਚ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਤੇ ਅਖਬਾਰਾਂ ਵੀ ਹਰ ਰੋਜ਼ ਜੇ ਤੁਸੀਂ ਦੇਖੋ ਤਾਂ ਇਸ ਮੁੱਦੇ ਦੀ ਕੋਈ ਨਾ ਕੋਈ ਖਬਰ ਹਮੇਸ਼ਾ ਵੱਡੀ ਸੁਰਖੀ ਬਣੀ ਹੁੰਦੀ ਹੈ। ਸ਼ਰਾਬ ਦਾ ਮਾਲੀਆ ਜਿਹੜਾ ਸਟੇਟ ਨੂੰ ਇਕੱਠਾ ਹੁੰਦਾ, ਜਦੋਂ ਦਾ GST ਦਾ ਰਜੀਮ ਲਾਗੂ ਹੋਇਆ, ਸੂਬਿਆਂ ਕੋਲੇ ਸ਼ਰਾਬ ਤੇ ਮਾਈਨਿੰਗ ਤੋਂ ਇਲਾਵਾ ਬਾਕੀ ਸਾਰਾ ਕੁਝ GST 'ਚ ਚਲਾ ਗਿਆ ਤੇ ਇਹ ਦੋ ਵਸੀਲੇ ਆਪਦੇ ਰਹਿ ਗਏ ਜਿਹਦੇ ਚੋਂ ਆਪਦੀ ਆਮਦਨ ਵਧਾ ਕੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਲੋਕਾਂ ਦੀ ਸੁੱਖ ਸਹੂਲਤ ਵਾਸਤੇ, ਵੈਲਫੇਅਰ ਸਟੇਟ ਹੋਣ ਦੇ ਨਾਤੇ ਲੋਕਾਂ ਦੀਆਂ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਸੀ ਇਹਦੇ ਵਿੱਚੋਂ ਮਾਲੀਆ ਇਕੱਠਾ ਕੀਤਾ ਜਾ ਸਕੇ। ਪਰ ਅੱਜ ਮੈਂ ਤੁਹਾਡੇ ਰਾਹੀਂ ਜਿਹੜੀ ਪਿਛਲੇ 3 ਸਾਲਾਂ 'ਚ ਸਿਆਸੀ ਸਰਪ੍ਰਸਤੀ ਹੇਠ ਜੋ ਲੋਕਾਂ ਦੇ ਖਜ਼ਾਨੇ ਦੀ ਲੁੱਟ ਹੋਈ ਹੈ, ਜਿਹਦੀ ਮਿਸਾਲ ਤੁਹਾਨੂੰ ਸ਼ਾਇਦ ਹਿੰਦੁਸਤਾਨ ਦੇ ਕਿਸੇ ਸੂਬੇ ਵਿੱਚ ਵੇਖਣ ਨੂੰ ਨਾ ਮਿਲੇ, ਅੱਜ ਮੈਂ ਉਹਦਾ ਚਿੱਠਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਤਾਂ ਕਿ ਤੁਹਾਡੇ ਰਾਹੀਂ ਇਹ ਲੋਕਾਂ ਤੱਕ ਪਹੁੰਚ ਸਕੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਜਿਹੜਾ ਲੋਕਾਂ ਦਾ ਖਜ਼ਾਨਾ ਹੈ ਅੱਜ ਚੰਦ ਲੋਕਾਂ ਦੀਆਂ ਜੇਬਾਂ ਦੇ ਵਿੱਚ ਕਿਵੇਂ ਪੈ ਰਿਹਾ। ਚਾਹੇ ਸ਼ਰਾਬ ਦੀ ਸਮਗਲਿੰਗ ਦੀ ਗੱਲ ਕਰ ਲਈਏ, ਚਾਹੇ 2 ਨੰਬਰ ਦੇ ਵਿੱਚ ਜਿਹੜੀਆਂ ਡਿਸਟਿਲਰੀਆਂ ਅੱਜ ਕਿਸੇ ਕੋਲਡ ਸਟੋਰੇਜ ਦੇ ਵਿੱਚ, ਕਿਸੇ ਸ਼ੈਲਰ ਦੇ ਵਿੱਚ, ਕਿਸੇ ਦੇ ਘਰ ਦੇ ਵਿੱਚ ਚਲਾ ਕੇ ਜਾਂ ਗੁਆਂਢੀ ਸੂਬਿਆਂ ਤੋਂ ਜਿਹੜੀ ਸਮਗਲਿੰਗ ਕਰਕੇ ਸ਼ਰਾਬ ਦੀ ਪੰਜਾਬ ਵਿੱਚ ਵੇਚੀ ਜਾ ਰਹੀ ਹੈ, ਇਹ ਪੰਜਾਬ ਦੇ ਖਜ਼ਾਨੇ ਨੂੰ ਇੱਕ ਵੱਡੀ ਢਾਲ ਆ ਰਹੀ ਹੈ ਤੇ ਪੰਜਾਬ ਦਾ ਖਜ਼ਾਨਾ ਜਿਹੜਾ ਹਰ ਸਾਲ ਰੈਵਨਿਊ ਵਧਣਾ ਚਾਹੀਦਾ ਉਹ ਘਟਦਾ ਤੁਰਿਆ ਜਾ ਰਿਹਾ। ਰੌਲਾ ਤਾਂ ਇਹਨਾਂ ਦੀ ਲੁੱਟ ਦਾ ਪਹਿਲੇ ਸਾਲ ਹੀ ਪੈਣ ਲੱਗ ਗਿਆ ਸੀ। ਚਰਚੇ ਬੜੇ ਸੀ ਕਿ ਕਾਂਗਰਸੀ ਜਿਹੜੇ ਬਣੇ ਆ 10 ਸਾਲਾਂ ਬਾਅਦ ਸੱਤਾ 'ਚ ਆਏ ਹੈ ਤੇ ਐ ਭੁੱਖਿਆਂ ਵਾਂਗੂ ਖਜ਼ਾਨੇ ਨੂੰ ਪਏ ਆ, ਪੈਸੇ ਨੂੰ ਪਏ ਆ, ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਲੁੱਟ ਹੋਵੇ। ਪਰ ਜਿਹੜੀ ਬਿੱਲੀ ਥੈਲਿਓਂ ਬਾਹਰ ਉਦੋਂ ਹੋਈ ਜਦੋਂ ਪਿਛਲੇ ਦਿਨੀ ਤੁਸੀਂ ਵੀ ਸਾਰਿਆਂ ਨੇ ਪੜ੍ਹਿਆ ਹੋਣਾ ਕਿ ਪੰਜਾਬ ਦੀ ਕੈਬਨਿਟ ਦੀ ਇੱਕ ਮੀਟਿੰਗ ਹੋਈ ਜਿਹਦੇ 'ਚ ਐਕਸਾਈਜ਼ ਪਾਲਿਸੀ ਇਸ ਸਾਲ ਦੀ ਪਾਸ ਕਰਨ ਵਾਸਤੇ ਚੀਫ ਸੈਕਟਰੀ ਲੈ ਕੇ ਆਏ। ਉੱਥੇ ਜਦੋਂ ਰੌਲਾ ਪਿਆ ਤੇ ਮੰਤਰੀਆਂ ਨੇ ਕਿਹਾ ਕਿ ਜਿਹੜੀ ਐਕਸਾਈਜ਼ ਪਾਲਿਸੀ ਤੁਸੀਂ ਲੈ ਕੇ ਆਏ ਹੋ ਇਹ ਠੀਕ ਨਹੀਂ ਹੈ, ਇਹਦੇ ਨਾਲ ਰੈਵਨਿਊ ਨਹੀਂ ਆ ਰਿਹਾ। ਮਕਸਦ ਤਾਂ ਉਹਨਾਂ ਦਾ ਆਪਦਾ ਠੇਕੇਦਾਰਾਂ ਉੱਤੇ ਭਾਅ ਵਧਾਉਣ ਦਾ ਸੀ, ਪਰ ਚੀਫ ਸੈਕਟਰੀ ਨੇ ਬੜੀ ਦਲੇਰੀ ਨਾਲ, ਮੈਂ ਉਸ ਅਫਸਰ ਨੂੰ ਵੀ ਵਧਾਈ ਦਿੰਦਾ ਕਿ ਸਾਰੀ ਕੈਬਨਿਟ, ਸਮੁੱਚੀ ਕੈਬਨਿਟ ਦੇ ਸਾਹਮਣੇ ਜੁਰਅਤ ਕਰਕੇ, ਹਿੰਮਤ ਕਰਕੇ ਇਹ ਗੱਲ ਕਹੀ ਕਿ ਸਾਡੀ ਪਾਲਿਸੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਪਾਲਿਸੀ ਕਰਕੇ ਰੈਵਨਿਊ ਨਹੀਂ ਘਟਦਾ। ਰੈਵਨਿਊ ਘਟਦਾ ਤਾਂ ਜਿਹੜੀ ਸਿਆਸੀ ਸਰਪ੍ਰਸਤੀ ਤੁਸੀਂ ਸ਼ਰਾਬ ਦੇ ਠੇਕੇਦਾਰਾਂ ਨੂੰ, ਸ਼ਰਾਬ ਦੇ ਸਮਗਲਰਾਂ ਨੂੰ 2 ਨੰਬਰ ਦਾ ਧੰਦਾ ਕਰਨ ਵਾਸਤੇ ਦਿੰਦੇ ਹੋ, ਉਸ ਕਾਰਨ ਸ਼ਰਾਬ ਦਾ ਮਾਲੀਆ ਜਿਹੜਾ ਖਜ਼ਾਨੇ 'ਚ ਜਾਣਾ ਉਹ ਘਟਦਾ ਜਾ ਰਿਹਾ। ਇਹ ਗੱਲਾਂ ਮੈਂ ਨਹੀਂ ਕਹਿ ਰਿਹਾ, ਇਹ ਨਿੱਤ ਅਖਬਾਰਾਂ 'ਚ ਆਉਂਦੀਆਂ ਰਹੀਆਂ। ਉਸ ਦਿਨ ਟ੍ਰਿਬਿਊਨ ਅਖਬਾਰ ਨੇ ਫਰੰਟ ਪੇਜ ਤੇ ਇਹ ਖਬਰ ਛਾਪੀ ਕਿ ਇਟ ਵਾਜ਼ ਇਲੀਗਲ ਸੇਲ ਆਫ ਲਿਕਰ that triggered face off। मैं ज़्यादा लंबी ना पढ़ा। Sources said the trouble began when the ministers accused the top officer, मतलब chief secretary, for accounting for the mounting losses. He in turn is said to have replied that the main reasons for the low revenue were liquor smuggling and unaccounted for sale across the state, allegedly involving Congress leaders। So उन्हें साफ ਕਾਂਗਰਸ ਦੇ ਜਿਹੜੀ ਲੀਡਰਸ਼ਿਪ ਹੈ ਉੱਥੇ ਕੈਬਨਿਟ 'ਚ ਬੈਠੀ, ਉਹਨਾਂ ਦੇ ਮੂੰਹ ਤੇ ਕਹਿਤਾ ਕਿ ਤੁਸੀਂ ਜਿਹੜੀ ਸ਼ਰਾਬ ਦੀ ਸਮਗਲਿੰਗ ਕਰਾਉਣੇ ਹੋ, ਤੁਸੀਂ ਜਿਹੜੀ ਸ਼ਰਾਬ ਦੀਆਂ ਇਲੀਗਲ ਫੈਕਟਰੀਆਂ ਚਲਾਉਣੇ ਹੋ, ਇਸ ਕਾਰਨ ਪੰਜਾਬ ਦਾ ਮਾਲੀਆ ਘਟ ਰਿਹਾ, ਕੋਈ ਸਾਡੇ ਕਾਰਨ ਨਹੀਂ ਘਟ ਰਿਹਾ। ਹੁਣ ਚਾਹੀਦਾ ਕੀ ਸੀ, ਜੇ ਸੱਚੇ ਹੁੰਦੇ ਤਾਂ ਸਾਰੇ ਮਿਨਿਸਟਰ ਉੱਥੇ ਕਹਿੰਦੇ ਕਿ ਇਹ ਸਾਡੇ ਤੇ ਇਲਜ਼ਾਮ ਲਾ ਰਿਹਾ, ਬੜਾ ਗੰਭੀਰ ਇਲਜ਼ਾਮ ਹੈ, ਸਟੇਟ ਦਾ ਸਭ ਤੋਂ ਸੀਨੀਅਰ ਮੋਸਟ ਆਫਿਸਰ ਕੈਬਨਿਟ ਤੇ ਇਲਜ਼ਾਮ ਲਾ ਰਿਹਾ, ਇਹਦੀ ਜਾਂਚ ਕਰੋ। ਜੇ ਇਹਦੇ ਜਿਹੜੇ ਇਹਦੇ ਇਲਜ਼ਾਮ ਹੈ ਉਹ ਸੱਚ ਨਿਕਲਣ
ਤਾਂ ਸਾਡੇ ਤੇ ਕਾਰਵਾਈ ਹੋਵੇ, ਨਹੀਂ ਤਾਂ ਇਹਦੇ ਤੇ ਬਣਦੀ ਕਾਰਵਾਈ ਹੋਵੇ। ਇਹ ਨਹੀਂ ਕੀਤਾ ਕਿ ਉੱਠ ਕੇ ਕੈਬਨਿਟ 'ਚੋਂ ਚਲੇ ਗਏ ਤੇ ਅਗਲੇ ਦਿਨ ਆ ਕੇ ਸਾਰੇ ਚੀਫ ਸੈਕਟਰੀ ਤੇ ਪੈ ਗਏ ਕਿ ਅਸੀਂ ਤਾਂ ਇਹਦੇ ਨਾਲ ਮੀਟਿੰਗ 'ਚ ਹੀ ਨਹੀਂ ਬਹਿਣਾ। ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਸ਼ੂਟਿੰਗ ਦ ਮੈਸੇਂਜਰ। ਜਦੋਂ ਕੋਈ ਗੱਲ ਚੰਗੀ ਨਾ ਲੱਗੇ, ਜਿਹੜਾ ਹੋਕਾ ਦੇਣ ਵਾਲਾ ਉਹਦੇ ਮਗਰ ਪੈ ਜਾਓ, ਉਹਨੂੰ ਠੋਕਣ ਤੇ ਹੋ ਜਾਓ ਕਿ ਇਹਦਾ ਮੂੰਹ ਬੰਦ ਕਰਾਓ। ਉਹ ਕੋਸ਼ਿਸ਼ ਕੀਤੀ ਇਹਨਾਂ ਨੇ। ਉਸ ਤੋਂ ਬਾਅਦ ਜਦੋਂ ਉਹਨੇ ਐਕਸਪੋਜ਼ ਕੀਤਾ ਸਾਰਾ ਕੁਝ, ਤੇ ਲੁੱਟ ਕੋਈ ਛੋਟੀ ਨਹੀਂ ਉਹਨੇ ਕਿਹਾ, ਲੁੱਟ ਬਹੁਤ ਵੱਡੀ ਸੀ। ਹਜ਼ਾਰਾਂ ਕਰੋੜਾਂ ਦੀ ਲੁੱਟ। ਮੈਂ ਇੱਕ ਸੈਕਿੰਡ, ਕਿਉਂਕਿ ਕਈ ਵਾਰੀ ਜਦੋਂ ਆਪਾਂ ਸਿਰਫ ਅੰਕੜਿਆਂ ਨਾਲ ਗੱਲ ਕਰੀਏ ਉਹ ਕਈ ਵਾਰੀ ਸਮਝ ਨਹੀਂ ਆਉਂਦੀ ਲੋਕਾਂ ਨੂੰ, ਕਿਉਂਕਿ ਜਿਹੜੇ ਦੇਖਣ ਵਾਲੇ, ਜਦੋਂ ਤੁਸੀਂ ਕੋਈ ਵਿਜ਼ੂਅਲ ਦਿਖਾਉਣੇ ਹੋ ਉਹ ਉਦੋਂ ਬਿਹਤਰ ਤਰੀਕੇ ਨਾਲ ਸਮਝ ਆ ਜਾਂਦਾ। ਮੈਂ ਇੱਕ ਚਾਰਟ ਬਣਾਇਆ ਸੀ 2002 ਤੋਂ ਲੈ ਕੇ 2020 ਤੱਕ, ਜਦੋਂ ਕੈਪਟਨ ਸਾਹਿਬ ਪਹਿਲੀ ਸਰਕਾਰ 'ਚ ਆਏ ਤੇ ਜਦੋਂ ਹੁਣ ਆ 2020 'ਚ ਇਹਨਾਂ ਦੀ ਸਰਕਾਰ ਹੈ, ਵਿੱਚ 10 ਸਾਲ ਦਾ ਅਕਾਲੀ ਦਲ ਦਾ ਰਾਜ। ਐਕਸਾਈਜ਼ ਦਾ ਰੈਵਨਿਊ 5 ਸਾਲ ਕੈਪਟਨ ਸਾਹਿਬ ਦੇ ਪਹਿਲੇ, ਫਿਰ 10 ਸਾਲ ਅਕਾਲੀ ਦਲ ਦੇ ਤੇ 3 ਸਾਲ ਹੁਣ, ਉਹ ਕਿਵੇਂ ਵਧਿਆ ਜਾਂ ਘਟਿਆ, ਮੈਂ ਇੱਕ ਸੈਕਿੰਡ 'ਚ ਤੁਹਾਨੂੰ ਇਸ ਚਾਰਟ ਤੇ ਦਿਖਾਉਣੀ ਚਾਹੁੰਦਾ। 2002-03 'ਚ ਕੈਪਟਨ ਸਾਹਿਬ ਸਰਕਾਰ 'ਚ ਆਏ ਤੇ ਪਹਿਲੇ ਸਾਲ ਮਾਲੀਆ ਸੀ 1428 ਕਰੋੜ ਰੁਪਈਆ। ਆ ਤੁਹਾਡੇ ਸਾਹਮਣੇ ਹੈ। 1428 ਕਰੋੜ ਤੋਂ ਘਟ ਕੇ 5 ਸਾਲਾਂ 'ਚ 1367 ਕਰੋੜ ਰਹਿ ਗਿਆ ਜਦੋਂ ਇਹਨਾਂ ਨੇ ਸਰਕਾਰ ਛੱਡੀ। ਇਤਿਹਾਸ 'ਚ ਇਹ ਵੀ ਕਈ ਇਤਿਹਾਸ ਰਚ ਕੇ ਜਾਣਗੇ ਕਿ ਮਾਲੀਆ ਵਧਣ ਦੀ ਬਜਾਏ ਘਟ ਰਿਹਾ ਹੈ ਤੇ ਇਹਨਾਂ ਦੀ ਐਵਰੇਜ ਗਰੋਥ ਆਈ 0.49%, ਜਿਸ ਔਸਤ ਤੇ ਵਧਿਆ ਔਸਤਨ ਗਰੋਥ ਜਿਹੜੀ ਸੀ 0.49%। ਫਿਰ ਅਕਾਲੀ ਦਲ ਦੀ ਸਰਕਾਰ ਆਈ 2007 'ਚ 1367 ਤੋਂ ਚੱਕ ਕੇ ਆ ਤੁਸੀਂ ਵੇਖੋ ਗ੍ਰਾਫ ਵੱਧਦਾ 10 ਸਾਲਾਂ 'ਚ 4806 ਕਰੋੜ। 1300 ਤੋਂ ਲੈ ਕੇ ਤਕਰੀਬਨ 5000 ਕਰੋੜ ਰੁਪਏ ਤੱਕ ਮਾਲੀਆ ਪੰਜਾਬ ਦੀ ਰੈਵਨਿਊ ਦਾ, ਐਕਸਾਈਜ਼ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਰਿਕਾਰਡ ਵਾਧਾ 10 ਸਾਲਾਂ 'ਚ ਕੀਤਾ ਤੇ ਐਵਰੇਜ ਗਰੋਥ ਆਈ 13.83% ਹਰ ਸਾਲ। ਕਿਸੇ ਸਾਲ 20% ਵੀ ਸੀ, ਕਿਸੇ ਸਾਲ 8% ਵੀ ਸੀ। ਸੋ ਐਵਰੇਜ ਜਿਹੜੀ ਔਸਤਨ ਵਾਧਾ ਸੀ 13.83%। ਫਿਰ 4806 ਤੇ ਅਕਾਲੀ ਦਲ ਨੇ ਛੱਡਿਆ ਤੇ 3 ਸਾਲਾਂ 'ਚ 4700 ਤੋਂ 5000 ਹੁੰਦਾ ਹੋਇਆ 3 ਸਾਲਾਂ 'ਚ 5200 ਕਰੋੜ ਰੁਪਏ ਤੇ ਆ ਕੇ ਅੱਜ ਇਹ ਖੜ ਗਿਆ। 3 ਸਾਲਾਂ 'ਚ ਵੇਖੋ, ਜਿੱਥੇ ਜੇ ਛੱਡਿਆ ਸੀ ਤਕਰੀਬਨ 2.86% ਦਾ ਵਾਧਾ ਹੋਇਆ। ਤੇ ਜੇ ਮੈਂ ਤੁਹਾਨੂੰ ਸਿਰਫ ਇੱਕ ਫਿਗਰ ਸੁਪਰ ਇੰਪੋਜ਼ ਕਰਨੀ ਚਾਹਣਾ, ਜੇ 3 ਸਾਲਾਂ 'ਚ ਵੀ ਵਾਧਾ 13.83% ਤੇ ਹੁੰਦਾ ਰਹਿੰਦਾ ਜਿਵੇਂ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਇਆ ਸੀ, ਤੇ ਅੱਜ ਪੰਜਾਬ ਦਾ ਮਾਲੀਆ 7702 ਕਰੋੜ ਰੁਪਈਆ ਹੋਣਾ ਚਾਹੀਦਾ ਸੀ ਐਕਸਾਈਜ਼ ਤੋਂ, ਜਿਹੜਾ ਕਿ ਇਦੋਂ 2500 ਕਰੋੜ ਰੁਪਈਆ ਉੱਪਰ ਹੈ। ਉਹ 2500 ਕਰੋੜ ਰੁਪਈਆ ਲੋਕਾਂ ਦੇ ਖਜ਼ਾਨੇ 'ਚ ਜਾਂਦਾ, ਪੰਜਾਬ ਦੇ ਖਜ਼ਾਨੇ 'ਚ ਜਾਂਦਾ ਤੇ ਵੈਲਫੇਅਰ ਵਾਸਤੇ, ਗਰੀਬ ਵਾਸਤੇ, ਮਜ਼ਦੂਰ ਵਾਸਤੇ, ਕਿਸਾਨ ਵਾਸਤੇ, ਛੋਟੇ ਦੁਕਾਨਦਾਰ ਵਾਸਤੇ, ਵਪਾਰੀ ਵਾਸਤੇ ਸਹੂਲਤਾਂ ਦੇ ਸਕਦੇ। ਪਰ ਇਹ ਮੈਂ ਤੁਹਾਨੂੰ ਇਹ ਦੱਸਣੀ ਚਾਹੁੰਦਾ, ਤੁਸੀਂ ਵੀ ਜਾਣਦੇ ਹੋ, ਕਈ ਤੁਹਾਡੇ ਚੋਂ ਵੀ ਮਾੜੀ ਮੋਟੀ ਲਾ ਲੈਂਦੇ ਹੋਣੇ ਆ, ਸ਼ਰਾਬ ਦੇ ਰੇਟ ਵੱਧਦੇ ਗਏ 3 ਸਾਲ, ਸ਼ਰਾਬ ਦੀ ਵਿਕਰੀ ਵੱਧਦੀ ਗਈ 3 ਸਾਲ। ਰੇਟ ਵੱਧ ਰਹੇ ਹੈ, ਵਿਕਰੀ ਵੱਧ ਰਹੀ ਹੈ ਤੇ ਮਾਲੀਆ ਕਿਵੇਂ ਘਟ ਰਿਹਾ, ਇਹ ਮੈਨੂੰ ਸਮਝ ਨਹੀਂ ਆਈ। ਪੈਸਾ ਆ ਰਿਹਾ ਸ਼ਰਾਬ ਚੋਂ, ਫਰਕ ਸਿਰਫ ਇਹ ਹੈ ਕਿ ਜਾ ਕਿੱਥੇ ਰਿਹਾ। ਹੁਣ 2 ਥਾਵਾਂ 'ਚ ਹੈ ਜਿੱਥੇ ਜਾ ਸਕਦਾ ਹੈ, ਜੇ ਤਾਂ ਇਮਾਨਦਾਰੀ ਨਾਲ ਕੰਮ ਕਰੋ, ਸਟੇਟ ਨੂੰ, ਸੂਬੇ ਨੂੰ ਅੱਗੇ ਰੱਖ ਕੇ ਕੰਮ ਕਰੋ, ਫਿਰ ਤਾਂ ਜਾਊਗਾ ਸਰਕਾਰ ਦੇ ਖਜ਼ਾਨੇ 'ਚ। ਜਿਵੇਂ ਆ ਗਿਆ 1300 ਤੋਂ ਲੈ ਕੇ 4800 ਤੱਕ। ਇਹਨਾਂ ਨੇ ਕੀ ਕੀਤਾ, ਸੂਬੇ ਦੇ ਖਜ਼ਾਨੇ 'ਚ ਪੈਸਾ ਜਾਣ ਦੀ ਬਜਾਏ ਇਹ ਚੰਦ ਕਾਂਗਰਸੀਆਂ ਦੀਆਂ ਜੇਬਾਂ ਦੇ ਵਿੱਚ ਖਜ਼ਾਨਾ ਜਾਣ ਲੱਗ ਗਿਆ, ਜਿਹੜਾ ਰੈਵਨਿਊ ਇਕੱਠਾ ਹੁੰਦਾ ਸੀ। ਹੁਣ ਸ਼ਰਾਬ, ਮੈਂ ਨਹੀਂ ਕਹਿ ਰਿਹਾ, ਆ ਅਜੀਤ ਅਖਬਾਰ ਹੈ ਤੁਹਾਡੇ ਸਾਹਮਣੇ, ਫਰੰਟ ਪੇਜ ਤੇ ਹੀ ਇਹਨਾਂ ਨੇ ਲਾਈ, ਸਰਦਾਰ ਮੇਜਰ ਸਿੰਘ ਦੀ ਸਟੋਰੀ ਹੈ ਤੇ ਬੜੀ ਕਲੀਅਰਲੀ ਲਿਖਿਆ। ਮੈਂ ਬੜੀ ਸ਼ਾਰਟ 'ਚ ਤੁਹਾਨੂੰ ਦੱਸ ਦਿੰਦਾ ਕਿ ਕਰਫਿਊ ਦੌਰਾਨ ਖੁੱਲ੍ਹੇ ਵਰਤੇ ਸ਼ਰਾਬ ਦੇ ਗੱਫੇ। ਇਹਨਾਂ ਨੇ ਇਹ ਲਿਖਿਆ ਕਿ 2000 ਕਰੋੜ ਰੁਪਏ ਦੀ ਸ਼ਰਾਬ ਇਹਨਾਂ 45 ਦਿਨਾਂ 'ਚ ਨਜਾਇਜ਼ ਪੰਜਾਬ 'ਚ ਵਿਕੀ ਹੈ। ਨਜਾਇਜ਼ ਸ਼ਰਾਬ 2000 ਕਰੋੜ ਦੀ, ਸਿੱਧਾ ਪੰਜਾਬ ਦੇ ਖਜ਼ਾਨੇ ਨੂੰ 2000 ਕਰੋੜ ਦਾ ਚੂਨਾ ਇਹਨਾਂ ਨੇ ਆ 45 ਦਿਨਾਂ 'ਚ ਲਾਤਾ। ਤੇ ਅੱਗੇ ਕੀ ਲਿਖਦੇ ਆ ਇਹ, ਚਰਚਾ ਇਹ ਵੀ ਹੈ ਕਿ ਨਾਜਾਇਜ਼ ਰੇਤੇ ਦੇ ਕਾਰੋਬਾਰ ਕਰਨ ਵਾਲੇ ਹਕੂਮਤੀ ਪਾਰਟੀ ਦੇ ਵਿਧਾਇਕ
ਜਿਉਂ ਹੀ ਇਸ ਧੰਦੇ ਤੋਂ ਵਿਹਲੇ ਹੋਏ ਤਾਂ ਨਜਾਇਜ਼ ਸ਼ਰਾਬ ਦਾ ਧੰਦਾ ਉਹਨਾਂ ਨੂੰ ਖੂਬ ਰਾਸ ਆ ਗਿਆ ਤੇ ਕਰੋਨਾ ਸੰਕਟ ਵਿੱਚ ਵੀ ਉਹ ਕਮਾਈ ਕਰ ਗਏ। ਤੁਸੀਂ ਇਹ ਵੇਖੋ, ਸ਼ਰਮ ਦੀ ਗੱਲ ਹੈ, ਕਰੋਨਾ ਜਿੱਥੇ ਇੱਕ ਮਾਨਵਤਾ ਦੀ ਜੰਗ ਸਾਰੇ ਲੜ ਰਹੇ ਸੀ, ਜਿੱਥੇ ਜਾਨਾਂ ਬਚਾਉਣ ਦੀ ਗੱਲ ਸੀ, ਉੱਥੇ ਇਹਨਾਂ ਨੂੰ ਉਸ ਗੱਲ ਦੀ ਚਿੰਤਾ ਨਹੀਂ ਸੀ ਕਿ ਸਾਡੇ ਸੂਬੇ ਦੇ ਲੋਕ ਕਿਵੇਂ ਬਚਣ। ਜਿਹੜੇ ਲੋਕ ਸਾਡੇ ਸੂਬੇ 'ਚੋਂ ਸੂਬੇ ਦੇ ਲੋਕ ਬਾਹਰੋਂ ਆ ਰਹੇ ਹੈ, ਜਿਵੇਂ ਹਜ਼ੂਰ ਸਾਹਿਬ ਤੋਂ ਸਾਡੇ ਭੈਣ ਭਰਾ ਆਏ ਸੀ, ਇਹ ਨਹੀਂ ਸੀ ਇਹਨਾਂ ਨੂੰ ਫਿਕਰ ਕਿ ਉਹਨਾਂ ਦੀ ਰਹਿਣ ਦੀ ਸਹੂਲਤ ਠੀਕ ਕੀਤੀ ਜਾਵੇ, ਉਹਨਾਂ ਨੂੰ ਇਲਾਜ ਚੰਗਾ ਮਿਲੇ। ਇਹ ਆਪਦੇ ਪੈਸੇ ਕਮਾਉਣ ਤੇ ਲੱਗੇ ਸੀ। ਆ ਵੀ ਟ੍ਰਿਬਿਊਨ ਦੀ ਮੈਂ ਇੱਕ ਹੋਰ ਤੁਹਾਨੂੰ ਖਬਰ ਦਿਖਾ ਦਿਆਂ, ਫਰੰਟ ਪੇਜ ਤੇ ਨਜਾਇਜ਼ ਸ਼ਰਾਬ ਦੀ ਫੈਕਟਰੀ ਖਡੂਰ ਲੁਧਿਆਣਾ ਤੇ ਬਣਾਉਂਦੇ ਕੀ ਸੀ, 250 ਰੁਪਏ ਦੀ ਸ਼ਰਾਬ ਭਰ ਕੇ ਤੇ 11,000 ਦੀ ਜੌਨੀ ਵਾਕਰ ਦੀ ਬਲੈਕ ਲੇਵਲ ਦੀ ਵੇਚਦੇ ਸੀ। ਆ ਮੈਂ ਨਹੀਂ ਕਹਿ ਰਿਹਾ, ਇਹ ਵੀ ਅਖਬਾਰ ਕਹਿ ਰਿਹਾ। ਆ ਵੇਖੋ, the bottle costing more than 11,000 could very well be filled with a cheap spirit sold for rupees 250। 250 ਰੁਪਏ ਦੀ ਵਿੱਚ ਪਾ ਕੇ ਤੇ 11,000 ਦੀ ਵੇਚ ਰਹੇ ਸੀ। ਇਹ ਕਾਂਗਰਸੀਆਂ ਦੇ ਹਾਲ ਹੈ। ਤੁਸੀਂ ਵੇਖੋ, ਜਦੋਂ ਵੀ ਪੰਜਾਬ ਦੇ ਖਜ਼ਾਨੇ ਦੀ ਲੁੱਟ ਹੋਈ ਹੈ, ਜਦੋਂ ਵੀ ਪੰਜਾਬ ਦੇ ਖਜ਼ਾਨੇ ਦੀ ਲੁੱਟ ਦੀ ਗੱਲ ਆਈ ਹੈ, ਤਾਂ ਹਮੇਸ਼ਾ ਨਾਂ ਅਹਿਮਦ ਸ਼ਾਹ ਅਬਦਾਲੀ ਦਾ ਸਭ ਤੋਂ ਪਹਿਲਾਂ ਚੇਤੇ ਆਉਂਦਾ। ਪਰ ਆ ਜਿਹੜੇ ਚਿੱਟੀਆਂ ਪੱਗਾਂ ਵਾਲੇ ਅਬਦਾਲੀ ਪੰਜਾਬ ਨੂੰ ਲੱਗੇ ਹੈ, ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਭੁਲਾਤਾ। ਤੇ ਆਉਣ ਵਾਲੇ ਇਤਿਹਾਸ 'ਚ ਜਦੋਂ ਕਿਤੇ ਪੰਜਾਬ ਦੇ ਲੁੱਟ ਦੀ ਗੱਲ ਆਇਆ ਕਰੂਗੀ, ਇਹਨਾਂ ਅਬਦਾਲੀਆਂ ਦੀ ਗੱਲ ਪਹਿਲਾਂ ਹੋਇਆ ਕਰੂਗੀ ਤੇ ਅਹਿਮਦ ਸ਼ਾਹ ਅਬਦਾਲੀ ਦੀ ਗੱਲ ਮਗਰੋਂ ਹੋਇਆ ਕਰੂਗੀ। ਹੁਣ ਲੁੱਟ ਕਿੰਨੇ ਦੀ ਹੈ? 2000 ਕਰੋੜ ਦੀ ਤਾਂ ਮੈਂ ਤੁਹਾਡੇ ਸਾਹਮਣੇ ਅਖਬਾਰ 'ਚੋਂ ਹੀ ਪੜ੍ਹਤਾ ਕਿ ਨਜਾਇਜ਼ ਵਿਕੀ ਸ਼ਰਾਬ। ਆ ਤਕਰੀਬਨ 3000 ਕਰੋੜ ਦੀ ਇੱਥੇ ਠੱਗੀ ਵੱਜ ਗਈ। 927 ਕਰੋੜ ਅੱਜ ਹੀ ਟ੍ਰਿਬਿਊਨ ਨੇ ਲਿਖ ਲਿਆ ਪਿਛਲੇ ਸਾਲ ਠੱਗੀ ਵੱਜ ਗਈ। ਤਕਰੀਬਨ 5600 ਕਰੋੜ ਰੁਪਏ ਦੀ ਐਕਸਾਈਜ਼ ਦੀ ਚੋਰੀ, ਪੰਜਾਬ ਦੇ ਖਜ਼ਾਨੇ ਦੀ ਲੁੱਟ ਪਿਛਲੇ 3 ਸਾਲਾਂ 'ਚ ਇਹਨਾਂ ਚਿੱਟੀਆਂ ਪੱਗਾਂ ਵਾਲੇ ਅਬਦਾਲੀਆਂ ਨੇ ਕੀਤੀ ਹੈ। ਤੇ ਅਸੀਂ ਮੰਗ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਇਹ ਮੰਗ ਕਰਦਾ ਹੈ ਕਿ ਇਹਦੀ CBI ਤੋਂ, ED ਤੋਂ ਜਾਂ ਹਾਈ ਕੋਰਟ ਦੇ ਕਿਸੇ ਸਿਟਿੰਗ ਜੱਜ ਸਾਹਿਬ ਤੋਂ ਇਨਕੁਆਇਰੀ ਕਰਾਈ ਜਾਵੇ ਤੇ ਸੱਚ ਦਾ ਸੱਚ ਸਾਹਮਣੇ ਆਵੇ, ਦੁੱਧ ਦਾ ਦੁੱਧ ਹੋਵੇ, ਪਾਣੀ ਦਾ ਪਾਣੀ ਹੋਵੇ। ਤੇ ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਦੀ ਐਡੀ ਵੱਡੀ ਲੁੱਟ ਕੀਤੀ ਹੈ, ਕੱਲੀ ਖਜ਼ਾਨੇ ਦੀ ਲੁੱਟ ਨਹੀਂ, ਲੋਕਾਂ ਦੀਆਂ ਜਾਨਾਂ ਨੂੰ ਵੀ ਖਤਰੇ 'ਚ ਪਾਇਆ। ਆਪ ਗੰਦੀ ਸ਼ਰਾਬ ਬਣਾ ਕੇ ਲੋਕਾਂ ਨੂੰ ਪਿਆਉਂਦੇ ਰਹੇ ਹੈ। ਇਹ ਪਤਾ ਨਹੀਂ ਇਹ ਕਿਹੜਾ ਐਕਸਪਰਟ ਇੱਥੇ ਫੈਕਟਰੀਆਂ 'ਚ ਟ੍ਰੇਨਿੰਗ ਲੈ ਕੇ ਆਏ ਹੈ। ਮਾਲੀਏ ਦੀ ਲੁੱਟ ਵੀ ਹੋਈ, 5600 ਕਰੋੜ ਰੁਪਈਆ ਇਹਨਾਂ ਨੇ ਪਿਛਲੇ 3 ਸਾਲਾਂ 'ਚ ਲੁੱਟਿਆ। ਅੱਜ ਕਾਂਗਰਸ ਦੇ ਮੰਤਰੀ ਵੀ ਕਈ ਮੰਗ ਕਰ ਰਹੇ ਹੈ। ਤੇ ਜਿਹੜੇ ਠੇਕੇਦਾਰਾਂ ਨੂੰ ਇਹ ਕਹਿੰਦੇ ਘਾਟਾ ਪਿਆ 45 ਦਿਨਾਂ 'ਚ, ਉਹ ਤਾਂ ਤੁਹਾਡੇ ਸਾਹਮਣੇ ਆ ਗਿਆ ਕਿ ਘਾਟਾ ਕਿੰਨਾ ਕੁ ਪਿਆ। ਉਹਦੇ ਪਿੱਛੇ ਕਮੇਟੀ ਬਿਠਾਤੀ ਤੇ ਜਿਹੜੀ ਆ 5000 ਕਰੋੜ ਰੁਪਏ ਤੋਂ ਉੱਪਰ ਦੀ ਲੁੱਟ ਹੋਈ ਹੈ, ਇਹਦੀ ਕੋਈ ਜਾਂਚ ਨਹੀਂ ਇਹ ਸਰਕਾਰ ਕਰਾ ਰਹੀ। ਇਹ ਸਾਰਾ ਕੁਝ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸੀ ਤਾਂ ਕਿ ਪੰਜਾਬ ਦੀ ਜਨਤਾ ਦੇ ਸਾਹਮਣੇ ਇਹ ਸੱਚ ਆਵੇ ਤੇ ਪੰਜਾਬ ਦੀ ਜਨਤਾ ਇਹਨਾਂ ਤੋਂ, ਕਿਉਂਕਿ ਹਜੇ ਤਾਂ ਇਹ ਬਾਹਰ ਹੀ ਨਹੀਂ ਨਿਕਲ ਰਹੇ। ਪਿਛਲੇ 2 ਮਹੀਨਿਆਂ ਤਾਂ ਕਿਸੇ ਕਾਂਗਰਸੀ ਦੇ ਦਰਸ਼ਨ ਹੀ ਨਹੀਂ ਹੋਏ, ਦਰਸ਼ਨ ਮਹਿੰਗੇ ਹੋ ਗਏ ਇਹਨਾਂ ਦੇ। ਇਹ ਜਦੋਂ ਵੀ ਕਿਤੇ ਲੋਕਾਂ 'ਚ ਜਾਣ, ਲੋਕ ਇਹਨਾਂ ਨੂੰ ਇਸ ਗੱਲ ਤੇ ਸਵਾਲ ਕਰਨ। ਇਹ ਅੱਜ ਐਕਸਾਈਜ਼ ਦਾ, ਆਉਣ ਵਾਲੇ ਦਿਨਾਂ 'ਚ ਕਈ ਇਹਨਾਂ ਦੇ ਚਿੱਠੇ ਖੁੱਲਣਗੇ, ਇਹਨਾਂ ਦੇ ਚਿਹਰੇ ਨੰਗੇ ਹੋਣਗੇ ਤੇ ਇਹਨਾਂ ਨੂੰ ਮੈਂ ਤੁਹਾਨੂੰ ਅੱਜ ਕਹਿ ਸਕਦਾ ਕਿ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਨੀ ਮੁਸ਼ਕਿਲ ਹੋ ਜੂਗੀ। ਇਹ ਅੱਜ ਆਹ ਮਕਸਦ ਸੀ ਤੁਹਾਨੂੰ ਲਿਆ ਕੇ ਇੱਥੇ ਬੁਲਾ ਕੇ ਲੋਕਾਂ ਤੱਕ ਇਹ ਸੱਚ ਪਹੁੰਚਾਉਣ ਦਾ, ਅੰਕੜਿਆਂ ਸਮੇਤ ਲੋਕਾਂ ਨੂੰ ਦੱਸਣ ਦਾ। ਸੋ ਜੇ ਕੋਈ ਤੁਹਾਡਾ ਸਵਾਲ ਹੈ ਤਾਂ ਕਾਈਂਡਲੀ ਤੁਸੀਂ ਇਹ ਤੋਂ ਬਾਅਦ ਕਰ ਸਕਦੇ ਹੋ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।